ਅੱਜ ਅਹਿਮ ਬੈਠਕ ਹੈ। ਪੰਥ ਦੇ ਨਾਲ ਜੁੜੇ ਮੁੱਦਿਆਂ ਤੇ ਚਰਚਾ ਹੋਵੇਗੀ। ਬੇਅਦਬੀਆਂ ਨੂੰ ਰੋਕਣ ਤੇ ਵਿਚਾਰਾਂ ਹੋਣਗੀਆਂ। ਜਥੇਦਾਰ ਸਾਹਿਬ ਨੂੰ ਲੈ ਕੇ ਕੋਈ ਚਰਚਾ ਨਹੀਂ ਹੈ। ਇਹ ਐਸਜੀਪੀਸੀ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਚਰਚਾ ਨਹੀਂ ਹੋਏਗੀ। ਜਥੇਦਾਰ ਸਾਹਿਬ ਸਾਰਿਆਂ ਦੇ ਲਈ ਸਤਿਕਾਰਯੋਗ ਨੇ। ਐਸਜੀਪੀਸੀ ਦਾ ਇਹ ਬਿਆਨ ਆਇਆ ਹੈ। ਜਥੇਦਾਰ ਸਾਹਿਬ ਨੂੰ ਹਟਾਉਣ ਤੇ ਕੋਈ ਵਿਚਾਰ ਨਹੀਂ ਹੋ ਰਿਹਾ। ਸੋ ਦੱਸ ਦਈਏ ਕਿ ਅਜਿਹੀਆਂ ਖਬਰਾਂ ਨੇ ਤੂਲ ਫੜਿਆ ਸੀ 2 ਦਿਨ ਪਹਿਲਾਂ ਕਿ ਜੋ ਮੀਟਿੰਗ ਇਹ ਹੋਣ ਜਾ ਰਹੀ ਹੈ ਅੱਜ, ਤਾਂ ਉਸ ਦੇ ਵਿੱਚ ਜਥੇਦਾਰ ਸਾਹਿਬ ਨੂੰ ਲੈ ਕੇ ਕਿਤੇ ਨਾ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਪਰ ਹੁਣ ਐਸਜੀਪੀਸੀ ਦਾ ਇਹ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ। ਜਥੇਦਾਰ ਸਾਹਿਬ ਸਭ ਦੇ ਸਤਿਕਾਰਯੋਗ ਨੇ ਔਰ ਉਹਨਾਂ ਨੂੰ ਲੈ ਕੇ ਕੋਈ ਅਜਿਹਾ ਫੈਸਲਾ ਨਹੀਂ ਹੋਏਗਾ। ਐਸਜੀਪੀਸੀ ਦੀ ਅੱਜ ਅਹਿਮ ਬੈਠਕ ਹੈ। ਅੰਤਰਿੰਗ ਕਮੇਟੀ ਦੀ ਅਹਿਮ ਬੈਠਕ ਹੈ ਔਰ ਪੰਥ ਦੇ ਨਾਲ ਜੁੜੇ ਮੁੱਦਿਆਂ ਤੇ ਚਰਚਾ ਹੋਣੀ ਹੈ। ਇਸ ਤੋਂ ਇਲਾਵਾ ਬੇਅਦਬੀਆਂ, ਕਿਉਂਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ 3 ਥਾਵਾਂ ਤੋਂ ਅਜਿਹੀ ਘਟਨਾਵਾਂ ਆਈਆਂ ਨੇ ਜਿਸ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਆਖਰਕਾਰ ਉਸ ਕਿਸਮ ਦੀ ਸੁਰੱਖਿਆ ਕਿਉਂ ਨਹੀਂ ਹੋ ਪਾ ਰਹੀ ਕਿ ਬੇਅਦਬੀਆਂ ਨੂੰ ਰੋਕਿਆ ਜਾਵੇ ਜਾਂ ਫਿਰ ਕੋਈ ਸਖਤ ਜਿਹੜਾ ਹੈ ਇਸ ਤੇ ਨਿਯਮ ਬਣਾਇਆ ਜਾਵੇ ਤਾਂ ਕਿ ਬੇਅਦਬੀ ਰੋਕੀ ਜਾ ਸਕੇ। ਤਾਂ ਜਿਸ ਨੂੰ ਲੈ ਕੇ ਅੱਜ ਵਿਚਾਰਾਂ ਹੋਣਗੀਆਂ। ਬੇਅਦਬੀ ਰੋਕਣ ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਕਿਸ ਕਿਸਮ ਦਾ ਫੈਸਲਾ ਆਉਂਦਾ ਹੈ ਇਸ ਦਾ ਵੀ ਇੰਤਜ਼ਾਰ ਰਹੇਗਾ। ਤਾਂ ਪੰਥ ਦੇ ਨਾਲ ਜੁੜੇ ਹੋਏ ਹੋਰ ਮੁੱਦੇ ਜਿਸ ਨੂੰ ਲੈ ਕੇ ਵਿਚਾਰਾਂ ਹੋਣਗੀਆਂ। ਅੰਤਰਿੰਗ ਕਮੇਟੀ ਦੀ ਬੈਠਕ ਹੈ, ਸ਼੍ਰੋਮਣੀ ਕਮੇਟੀ ਦੀ। ਤਾਂ ਐਸਜੀਪੀਸੀ ਦਾ ਇਹ ਵੀ ਕਹਿਣਾ ਹੈ ਕਿ ਜਥੇਦਾਰ ਸਾਹਿਬ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਏਗੀ, ਨਾ ਹੀ ਉਹਨਾਂ ਨੂੰ ਹਟਾਉਣ ਤੇ ਕੋਈ ਵਿਚਾਰ ਹੋਏਗਾ। ਜਥੇਦਾਰ ਸਾਹਿਬ ਸਾਰਿਆਂ ਦੇ ਸਾਂਝੇ ਨੇ ਔਰ ਸਾਰਿਆਂ ਦੇ ਲਈ ਸਤਿਕਾਰਯੋਗ ਨੇ। ਤਾਂ ਇਸ ਨੂੰ ਲੈ ਕੇ ਕੋਈ ਅਜਿਹਾ ਵਿਚਾਰ ਨਹੀਂ ਹੋਏਗਾ। ਤਾਂ ਐਸਜੀਪੀਸੀ ਦੀ ਸਟੇਟਮੈਂਟ ਆਈ ਹੈ। ਪਿਛਲੇ ਦਿਨਾਂ ਦੇ ਵਿੱਚ ਖਬਰਾਂ ਨੇ ਤੂਲ ਫੜਿਆ ਸੀ ਕਿ ਕਿਤੇ ਨਾ ਕਿਤੇ ਕੋਈ ਫੈਸਲਾ ਜਿਹੜਾ ਹੈ ਜਥੇਦਾਰ ਸਾਹਿਬ ਨੂੰ ਲੈ ਕੇ ਆ ਸਕਦਾ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਰਾਘਵ ਚੱਡਾ ਉਹਨਾਂ ਦੀ ਮੰਗਣੀ ਦੇ ਵਿੱਚ ਸ਼ਿਰਕਤ ਕੀਤੀ ਸੀ। ਕੋਈ ਹਾਲੇ ਤੱਕ ਕੋਈ ਏਜੰਡਾ ਨਹੀਂ। ਸਾਡੀ ਜਨਰਲ ਮੀਟਿੰਗ ਆ ਇਹ ਜੀ, ਜਿਹੜੀ ਆਪਣੇ ਰੁਟੀਨ ਦੇ ਵਿੱਚ ਮੰਥਲੀ ਐਵਰੀ ਮੰਥ ਜਿਹੜੀ ਉਹ ਹੁੰਦੀ ਸਾਡੀ, ਤੇ ਹਾਲੇ ਤੱਕ ਕੋਈ ਇਦਾਂ ਦੀ ਗੱਲ। ਇਹ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੇ ਫਾਰਮ ਭਰੇ ਗਏ ਨੇ ਉਹ ਇਦਾਂ ਵੀ ਗਵਰਨਰ ਸਾਹਿਬ ਦੇ ਕੋਈ ਕੰਮ ਪੈ ਗਿਆ, ਉਹਨਾਂ ਨੂੰ ਆਇਆ ਸੀ ਟੈਲੀਫੋਨ ਵੀ ਮੈਂ 18 ਤਰੀਕ ਨੂੰ ਮਿਲ ਨਹੀਂ ਸਕਦਾ। ਉਹ ਅਸੀਂ ਹੁਣ ਲੱਗੇ ਉਹਨਾਂ ਨਾਲ ਫਰਦਰ ਲੈ ਕੇ ਤਰੀਕ। ਅਸੀਂ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਰਿਕੁਐਸਟ ਕੀਤੀ ਆ ਤੇ ਜਦੋਂ ਦੇ ਦੇਣਗੇ ਟਾਈਮ ਉਦੋਂ ਫਿਰ ਬੇਅਦਬੀਆਂ ਬਹੁਤ ਵੱਧ ਗਈਆਂ ਨੇ। ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ। ਸੁਲਤਾਨਪੁਰ ਲੋਧੀ ਤੋਂ ਲੈ ਕੇ ਤੁਸੀਂ ਦੇਖਿਆ ਹੋਣਾ, ਪਟਿਆਲੇ ਤੋਂ ਲੈ ਕੇ ਲਗਾਤਾਰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ? ਇਹ ਇੱਕ ਚਿੰਤਾ ਦਾ ਵਿਸ਼ਾ ਬਹੁਤ ਵੱਡਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਯਤਨ ਕਰ ਰਹੀ ਆ, ਪਰ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜੇ ਦੂਆਂ ਦੇ ਉੱਤੇ ਵੱਡੇ ਐਲੀਗੇਸ਼ਨ ਲਾਉਣ ਵਾਲੇ ਆ ਉਹਨਾਂ ਦੇ ਆਪ ਦੇ ਰਾਜ ਭਾਗ ਦੇ ਵਿੱਚ ਮੇਰਾ ਖਿਆਲ ਕੋਈ ਦਿਨ ਵੀ ਮਿਸ ਨਹੀਂ ਹੁੰਦਾ। ਸੋ ਉਹਨਾਂ ਦਾ ਵੀ ਫਰਜ਼ ਬਣਦਾ ਇਹਦੇ ਉੱਤੇ। ਅੱਜ ਦੀ ਮੀਟਿੰਗ 'ਚ ਵੀ ਮੇਨ ਏਜੰਡਾ ਰਹੇਗਾ। ਤਾਂ ਇਹ ਬਿਆਨ ਦਿੱਤਾ ਹੈ, ਗੱਲਬਾਤ ਕੀਤੀ ਹੈ ਐਸਜੀਪੀਸੀ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ। ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਵੀ ਕੁਝ ਜ਼ਿੰਮੇਵਾਰੀ ਹੈ, ਉਹ ਵੀ ਆਪਣੇ ਪੱਧਰ ਤੇ ਕਾਰਵਾਈ ਕਰਨ ਜਾਂ ਆਪਣੇ ਪੱਧਰ ਤੇ ਉਸ ਹਿਸਾਬ ਦੇ ਨਾਲ ਸੁਰੱਖਿਆ ਦੇਣ। ਪਰ ਦੂਜੇ ਪਾਸੇ ਐਸਜੀਪੀਸੀ ਵੀ ਅੱਜ ਇਸ ਤੇ ਵਿਚਾਰ ਕਰੇਗੀ। ਕਮੇਟੀ ਦੀ ਬੈਠਕ ਦੇ ਵਿੱਚ ਵੀ ਅੱਜ ਵਿਚਾਰ ਕੀਤਾ ਜਾਏਗਾ ਔਰ ਇਸ ਨੂੰ ਲੈ ਕੇ ਹੋ ਸਕਦਾ ਹੈ ਕੋਈ ਅਹਿਮ ਫੈਸਲਾ ਦੇ ਦਿੱਤਾ ਜਾਵੇ। ਤਾਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਮੋਰਿੰਡਾ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ। ਇਸ ਤੋਂ ਇਲਾਵਾ ਰਾਜਪੁਰਾ ਦੇ ਵਿੱਚ ਵੀ ਜਿਹੜਾ ਨੰਗੇ ਸਿਰ ਚਲਾ ਜਾਂਦਾ ਹੈ ਅੰਦਰ ਸ਼ਖਸ। ਇਸ ਤੋਂ ਇਲਾਵਾ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਵੀ ਮਹਿਲਾ ਦੇ ਵੱਲੋਂ ਸ਼ਰਾਬ ਪੀਤੀ ਗਈ ਸੀ ਸਰੋਵਰ ਦੇ ਕੋਲ ਬੈਠ ਕੇ। ਤਾਂ ਇਹ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਔਰ ਉਸ ਤੋਂ ਪਹਿਲਾਂ ਵੀ ਘਟਨਾਵਾਂ ਆਉਂਦੀਆਂ ਰਹੀਆਂ ਨੇ ਜਿਸ ਨੂੰ ਲੈ ਕੇ ਅਹਿਮ ਚਰਚਾ ਅੱਜ ਹੋਵੇਗੀ। ਕਈ ਅਹਿਮ ਫੈਸਲੇ ਲਏ ਜਾ ਰਹੇ ਨੇ। ਚਰਚਾਵਾਂ ਇਹ ਵੀ ਨੇ ਕਿ ਜਥੇਦਾਰ ਸਾਹਿਬ ਨੂੰ ਲਾ ਕੇ ਨਵੇਂ ਜਥੇਦਾਰ ਸਾਹਿਬ ਲਾਏ ਜਾ ਸਕਦੇ ਨੇ, ਕਿਉਂਕਿ ਸਿਆਸੀ ਸਫਾਂ ਦੇ ਵਿੱਚ ਇਹ ਜਾਪਦਾ ਹੈਗਾ ਕਿ ਜਦੋਂ ਦੀ ਰਾਘਵ ਚੱਡਾ ਦੀ ਮੰਗਣੀ ਤੇ ਗਏ ਨੇ ਕਈ ਲੀਡਰ ਜਿਹੜੇ ਆ, ਚਾਹੇ ਅਸੀਂ ਵਿਰਸਾ ਸਿੰਘ ਬਲਟੋਆ ਦੀ ਗੱਲ ਕਰ ਲਈਏ ਚਾਹੇ ਹੋਰਨਾਂ ਦੀ ਗੱਲ ਕਰ ਲਈਏ, ਨਾਰਾਜ਼ ਦਿਖਾਈ ਦੇ ਰਹੇ ਨੇ, ਖਫਾ ਦਿਖਾਈ ਦੇ ਰਹੇ ਨੇ। ਕੀ ਕਹਿਣਾ ਤੁਹਾਡਾ? ਦੇਖੋ ਜੀ, ਜਥੇਦਾਰ ਸਾਹਿਬ ਦਾ ਮਸਲਾ ਵਾ, ਇਹ ਕੋਈ ਛੋਟਾ ਜਿਹਾ ਮਸਲਾ ਨਹੀਂ। ਕੋਈ ਨਾਰਾਜ਼ ਕਿਸੇ ਗੱਲ ਕਰਕੇ ਹੈਗਾ, ਉਹਦੇ ਕੋਈ ਨਾਰਾਜ਼ਗੀ ਦਾ ਕੋਈ ਪੱਖ ਹੋ ਵੀ ਸਕਦਾ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਏਡੇ ਵੱਡੇ ਫੈਸਲੇ ਉਹਨਾਂ ਦੇ ਕਰਕੇ ਲਏ ਜਾਣ। ਮੈਨੂੰ ਨਹੀਂ ਲੱਗਦਾ ਨਹੀਂ ਇੱਕ ਐਵੇਂ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਜਥੇਦਾਰ ਸਾਹਿਬ ਸਾਡੇ ਲਈ ਸਤਿਕਾਰਯੋਗ ਆ। ਪਿਛਲੇ ਲੰਬੇ ਸਮੇਂ ਤੋਂ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਰੁਤਬੇ ਦੇ ਲਈ ਬਹੁਤ ਮਹਾਨ ਸੇਵਾਵਾਂ ਕੀਤੀਆਂ। ਸਾਡਾ ਸਭ ਦੇ ਮਨ 'ਚ ਕੋਈ ਵੀ, ਚਾਹੇ ਅਕਾਲੀ ਦਲ ਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸਭ ਵੱਲੋਂ ਜਥੇਦਾਰ ਸਾਹਿਬ ਦਾ ਸਤਿਕਾਰ ਆ। ਸੋ ਜਥੇਦਾਰ ਸਾਹਿਬ ਦਾ ਉੱਥੇ ਜਾਣਾ, ਉਹਦੇ ਬਾਰੇ ਕਿੰਨੀ ਕੁ ਟਿੱਪਾ ਟਿੱਪਣੀ ਕੀਤੀ ਜਾਣੀ ਚਾਹੀਦੀ ਆ। ਮੈਂ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਾਰੇ ਵਿੱਚ ਇਸ ਤਰ੍ਹਾਂ ਕਿਤੇ ਵੀ ਮੀਡੀਆ ਦੇ ਅੰਦਰ ਮੈਂ ਇਸ ਗੱਲ ਤੇ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਸਾਡੀ ਸਤਿਕਾਰਯੋਗ ਹਸਤੀ ਆ। ਕੋਈ ਸਾਡੇ ਮਨ ਦਾ ਵਿਚਾਰ ਜਾਂ ਬਲਬਲਾ ਹੋਊਗਾ, ਅਸੀਂ ਉਹਨਾਂ ਨੂੰ ਮਿਲ ਬੈਠ ਕੇ ਕਰ ਲਾਂਗੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਰਹੀ ਗੱਲ ਜਿਹੜੀ ਅੰਤਰ ਕਮੇਟੀ ਦੀ ਮੀਟਿੰਗ ਦੀ, ਇਹ ਤਾਂ ਸਾਡੀ ਹਰ ਮਹੀਨੇ ਮੀਟਿੰਗ ਹੁੰਦੀ ਆ।
ਸੋ ਇਸ ਕਰਕੇ ਇਸ ਗੱਲ ਨੂੰ ਬਹੁਤ ਵੱਡੀ ਪੱਧਰ ਤੇ ਉਛਾਲਿਆ ਗਿਆ, ਜਿਹੜੀ ਕਿ ਮੈਂ ਸਮਝਦਾ ਇੱਕ ਕੋਰੀ ਹਵਾ ਲੱਗਦੀ ਆ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਗਰੇਵਾਲ ਜਨਰਲ ਸਕੱਤਰ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਬੇਵਜ੍ਹਾ ਮੁੱਦਾ ਬਣਾਇਆ ਗਿਆ ਹੈ, ਅਜਿਹਾ ਕੁਝ ਨਹੀਂ ਹੈ ਜੋ ਇੰਨਾ ਵੱਡਾ ਮੁੱਦਾ ਬਣਾਇਆ ਗਿਆ ਔਰ ਇਸ ਨੂੰ ਲੈ ਕੇ ਕੋਈ ਵੀ ਵਿਚਾਰ ਨਹੀਂ ਹੋਏਗਾ ਮੀਟਿੰਗ ਦੇ ਵਿੱਚ ਔਰ ਸਭ ਦਾ ਸਤਿਕਾਰ ਹੈ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਥੇਦਾਰ ਸਾਹਿਬ ਦਾ ਸਤਿਕਾਰ ਹੈ ਸਭ ਦੇ ਲਈ, ਤਾਂ ਇਸ ਕਰਕੇ ਜੇ ਇਸ ਤੇ ਫੈਸਲਾ ਨਹੀਂ ਹੋਏਗਾ ਤਾਂ ਅਹਿਮ ਮੀਟਿੰਗ ਹੈ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੈ, ਜਿਸ ਨੂੰ ਲੈ ਕੇ ਪੰਥ ਦੇ ਮੁੱਦੇ ਨੇ ਉਹ ਵਿਚਾਰੇ ਜਾਣਗੇ ਔਰ ਮੀਟਿੰਗ ਦੇ ਵਿੱਚ ਇਸ ਤੋਂ ਇਲਾਵਾ ਬੇਅਦਬੀ ਦਾ ਮਸਲਾ ਵੀ ਵਿਚਾਰਿਆ ਜਾਏਗਾ। ਕੀ ਲੱਗਦਾ ਕਿ ਕਿਹੜੇ ਮੁੱਖ ਏਜੰਡਿਆਂ ਦੇ ਉੱਤੇ ਅੱਜ ਅੰਦਰ ਵਿਚਾਰ ਚਰਚਾ ਹੋਣੀ ਹੈ? ਤੁਸੀਂ ਆਪਣਾ ਕੋਈ ਏਜੰਡਾ ਲੈ ਕੇ ਆਏ ਹੋ? ਹਾਂ, ਸਾਡੇ ਤਕਰੀਬਨ ਦੇਖੋ ਜਿਹੜੇ ਸਾਡੇ ਕੋਲ ਏਜੰਡਾ ਗਿਆ ਤੇ ਸਪਲੀਮੈਂਟਰੀ ਗਿਆ ਜਾਂ ਪਹਿਲਾਂ ਦੂਸਰਾ ਗਿਆ, ਉਹਦੇ ਵਿੱਚ ਤਕਰੀਬਨ ਸਾਰੇ ਜਿਹੜੇ ਰੂਟੀਨ ਦੇ ਗੁਰੂ ਘਰਾਂ ਦੇ ਜਿਹੜੇ ਮਸਲੇ ਨੇ, ਇੱਕ ਦੋ ਮਸਲੇ ਨੇ ਜਿਸ ਤਰ੍ਹਾਂ ਹਰਿਆਣਾ ਕਮੇਟੀ ਦੇ ਜਿਹੜੇ ਮੁਲਾਜ਼ਮਾਂ ਦਾ ਜਿਹੜਾ ਉਹ ਪਿੱਛੇ ਜੇ ਸਬ ਕਮੇਟੀ ਬਣੀ ਸੀਗੀ, ਉਹ ਜਿਹੜੇ ਅਸੀਂ ਆਪਣੇ ਵੱਲੋਂ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਲਿਆਉਣੀਆਂ ਹੁੰਦੀਆਂ ਨੇ ਤੇ ਉਹ ਹੈਗੀਆਂ ਗੁਰੂ ਘਰ ਦੇ ਜਿਹੜੀਆਂ ਪ੍ਰਬੰਧਾਂ ਨੂੰ ਲੈ ਕੇ ਕਿ ਜਿਸ ਤਰ੍ਹਾਂ ਦਾ ਆਪਾਂ ਹੁਣ ਦੇਖ ਰਹੇ ਹਾਂ ਕਿ ਪਿਛਲੇ ਦਿਨੀ ਹਰਿਮੰਦਰ ਸਾਹਿਬ ਦੇ ਵਿੱਚ ਇੱਥੇ ਵਰਤਾਰੇ ਵੀ ਵਾਪਰੇ ਨੇ ਤੇ ਉਸ ਤੋਂ ਪਹਿਲਾਂ ਵੀ ਇੱਕ ਤਾਂ ਮੈਂ ਪਹਿਲਾਂ ਵੀ 2-3 ਵਾਰੀ ਦੇ ਚੁੱਕਿਆ ਕਿ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਆ ਜਿਹੜੀਆਂ ਕੈਮਰਿਆਂ ਦੇ ਉੱਤੇ ਟੋਟਲ ਜਿਹੜੀਆਂ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਤੇ ਮੈਂ ਮੀਡੀਆ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਜਦੋਂ ਕੋਈ ਵੀਆਈਪੀ ਆਉਂਦਾ ਤਾਂ ਸਾਰਾ ਮੀਡੀਆ ਜਿਹੜਾ ਪ੍ਰਕਰਮਾਂ ਦੇ ਵਿੱਚ ਜਦੋਂ ਨਾਲ ਤੁਰਦਾ ਹੈਗਾ ਤਾਂ ਉਸ ਵਕਤ ਜਿਹੜੀ ਸੰਗਤ ਦਾ ਵੀ ਧਿਆਨ ਉਸ ਪਾਸੇ ਨੂੰ ਹੁੰਦਾ, ਤਾਂ ਕਿਤੇ ਨਾ ਕਿਤੇ ਮਤਲਬ ਇਹ ਜਿਹੜੀ ਆ ਇਹ ਰੂਹਾਨੀਅਤ ਕੇਂਦਰ ਦੀ ਜਿਹੜੀ ਆ ਮੈਂ ਸਮਝਦਾ ਕਿ ਉਹਦੇ ਮੁਤਾਬਕ ਇਹ ਠੀਕ ਨਹੀਂ, ਕਿਉਂਕਿ ਮੈਨੂੰ 2-3 ਜਗ੍ਹਾ ਜਾਣ ਦਾ ਮੌਕਾ ਮਿਲਿਆ ਹੋਰ ਧਰਮਾਂ ਦੇ ਅਸਥਾਨਾਂ ਦੇ ਉੱਤੇ। ਮੈਂ ਵਿਕਟਮ ਰੋਮ ਦੇ ਵਿੱਚ ਗਿਆ ਜਿੱਥੇ ਪੋਪ ਜਿਹੜਾ ਹੈਗਾ ਰਹਿੰਦਾ, ਉੱਥੇ ਤੁਸੀਂ ਕਿਸੇ ਕੰਧ ਦੇ ਨੇੜੇ ਵੀ ਨਹੀਂ ਜਾ ਸਕਦੇ, ਫੋਟੋ ਖਿੱਚਣੀ ਤਾਂ ਮਤਲਬ ਦੂਰ ਦੀ ਆ, ਉਹਨਾਂ ਦਾ ਆਪਣਾ ਦਾਇਰਾ। ਫਿਰ ਇਸ ਮੁਲਕ ਦੇ ਵਿੱਚ ਵੱਡੇ ਵੱਡੇ ਜਿਹੜੇ ਮੰਦਿਰ ਨੇ ਤ੍ਰਿਪੁਤੀ ਬਾਲਾ ਜੀ ਵਰਗੇ ਹੋਰ ਉਹਨਾਂ ਦੇ ਵੀ ਇਸ ਤਰ੍ਹਾਂ ਹੀ ਆ, ਇਸੇ ਤਰ੍ਹਾਂ ਮੁਸਲਮਾਨ ਧਰਮ ਦੇ ਉਹਨਾਂ ਦੇ ਵੀ ਆਪਣੇ ਜਿਹੜੇ ਨੇ ਅਸੂਲ ਬਣਾਏ ਹੋਏ ਨੇ, ਤਾਂ ਸਾਨੂੰ ਇਹ ਅਸੂਲ ਜਿਹੜੇ ਨੇ ਇੱਥੇ ਕਾਇਮ ਕਰਨੇ ਚਾਹੀਦੇ ਨੇ ਕਿਉਂਕਿ ਗੁਰੂ ਘਰ ਦੀ ਮਰਜ਼ਾਦਾ ਦੇ ਲਈ ਜਿਹੜੀਆਂ ਚੀਜ਼ਾਂ ਇਹ ਜਿਹੜੀਆਂ ਨੇ ਇਹ ਬਹੁਤ ਮੈਂ ਸਮਝਦਾ ਕਿ ਜ਼ਰੂਰੀ ਨੇ। ਤੋ ਦੂਸਰਾ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਇੱਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂ ਸਮਝਦਾ ਕਿ ਬਹੁਤ ਗਿਣਤੀ ਮੈਂਬਰ ਨੇ ਉਹ ਆਪਣਾ ਸਹੀ ਤਰੀਕੇ ਨਾਲ ਕੰਮ ਜਿਹੜਾ ਉਹ ਨਹੀਂ ਕਰ ਰਹੇ, ਜੋ ਉਹਨਾਂ ਦੇ ਜੋ ਇੱਕ ਮੈਂਬਰ ਦੀ ਡਿਊਟੀ ਹੋਣੀ ਚਾਹੀਦੀ ਆ। ਤੇ ਬਹੁਤ ਸਾਰੇ ਗੱਲਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਤੋਂ ਨਹੀਂ, ਹੁਣ ਐਗਜੈਕਟਿਵ ਦੇ ਵਿੱਚ ਹੋਣ ਕਰਕੇ ਪੂਰੇ ਪੰਜਾਬ ਲੈਵਲ ਤੋਂ ਜਿਹੜੀਆਂ ਲੋਕੀ ਮਤਲਬ ਜਿਹੜੀਆਂ ਗੱਲਾਂ ਦੱਸਦੇ ਨੇ। ਸੋ ਮੈਂ ਸਮਝਦਾ ਕਿ ਸਰਦਾਰ ਹਰਜਿੰਦਰ ਸਿੰਘ ਜਿਹੜੇ ਧਾਮੀ ਸਾਹਿਬ ਸਿਆਣੇ ਨੇ, ਵਕੀਲ ਨੇ, ਤੋ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜਾ ਸਖਤੀ ਜਿਹੜੀ ਆ ਕਰਨੀ ਚਾਹੀਦੀ ਆ। ਇੱਕ ਪਿਛਲੇ ਦਿਨੀ ਇੱਕ ਤਸਵੀਰ ਬਹੁਤ ਵਾਇਰਲ ਹੋਈ ਕਿ ਉੱਥੋਂ ਦੇ ਜਿਹੜੇ ਸੀਐਮ ਨੇ ਉਹਨਾਂ ਦੇ ਐਸਜੀਪੀਸੀ ਜਿਹੜੇ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਪੈਰੀ ਹੱਥ ਲਾ ਰਹੇ ਨੇ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ? ਬਹੁਤ ਮੰਦਭਾਗੀ ਗੱਲ ਹੈ ਜੀ, ਕਿਉਂਕਿ ਜਿਹੜਾ ਖਦਸ਼ਾ ਜਦੋਂ ਇਹ ਹਰਿਆਣਾ ਕਮੇਟੀ ਜਿਹੜੀ ਆ ਬਣੀ ਆ, ਸੋ ਇਹ ਦੇਖੋ ਜਾਂ ਤਾਂ ਇਹ ਹੁੰਦਾ ਕਿ ਸੀਐਮ ਕੋਈ ਬਹੁਤ ਵੱਡਾ ਸੰਤ ਮਹਾਤਮਾ, ਕੋਈ ਧਾਰਮਿਕ ਉਹਦਾ ਰੁਤਬਾ ਬਹੁਤ ਵੱਡਾ ਤੇ ਉਹਦੇ ਸਨਮਾਨ ਦੇ ਵਿੱਚ ਮਤਲਬ ਉਹਨਾਂ ਨੂੰ ਇਹ ਸਨਮਾਨ ਦਿੱਤਾ। ਹਾਲਾਂਕਿ ਜਿਹੜੇ ਪੈਰੀਂ ਹੱਥ ਲਾਉਣ ਵਾਲੇ ਨੇ ਉਹ ਆਪ ਇੱਕ ਆਪਣੇ ਆਪ ਨੂੰ ਸੰਤ ਖਵਾਉਂਦੇ ਨੇ, ਧਾਰਮਿਕ ਲਿਬਾਸ ਦੇ ਵਿੱਚ ਨੇ। ਕੋਈ ਆਮ ਬੰਦਾ ਕੋਈ ਦੁਨਿਆਵੀ ਤਾਂ ਕਰ ਦਿੰਦਾ। ਸੋ ਮੈਂ ਸਮਝਦਾ ਕਿ ਉਹਦੇ ਨਾਲ ਇਹ ਉਹਨਾਂ ਨੇ ਮਤਲਬ ਉਸ ਰੁਤਬੇ ਦਾ ਜਿਹੜਾ ਇੱਕ, ਕਿਉਂਕਿ ਉਹ ਉੱਥੋਂ ਦਾ ਸੀਐਮ ਹੈ ਤੇ ਉਹ ਉੱਥੋਂ ਦੇ ਪ੍ਰਧਾਨ ਨੇ, ਤਾਂ ਪ੍ਰਧਾਨ ਦਾ ਰੁਤਬਾ ਮੇਰੇ ਹਿਸਾਬ ਨਾਲ ਵੱਡਾ ਹੁੰਦਾ। ਜਿਹੜੀ ਗੱਲ ਕਰਨ ਲੱਗੇ ਸੀ ਖਰਚੇ ਵਾਲੀ, ਉਹ ਕੀ ਹੈ ਕਿ ਕੀ ਖਰਚਾ ਕਿਹੜਾ ਪਹਿਲਾਂ ਤੋਂ ਵੀ ਜਿਹੜੀ ਹਰਿਆਣਾ ਕਮੇਟੀ ਦਾ ਹਾਂ, ਉੱਥੇ ਲੱਗਦਾ ਸੀਗਾ ਕਿ ਜਿਹੜਾ ਇਸ ਤਰ੍ਹਾਂ ਦੇ ਸਾਨੂੰ ਦੇਖਣ ਨੂੰ ਉੱਥੇ ਮਿਲੂਗਾ ਇਹ ਕੁਝ, ਤੇ ਉਹ ਹੁਣ ਅਸੀਂ ਦੇਖ ਰਹੇ ਹਾਂ ਕਿਉਂਕਿ ਸਿਆਸੀ ਪ੍ਰਭਾਵ ਜ਼ਿਆਦਾ ਜਿਹੜਾ ਡੈਫੀਨੇਟਲੀ ਹੈ ਜੀ, ਉੱਥੇ ਦਖਲਅੰਦਾਜ਼ੀ ਪੂਰੀ ਹੈ ਜੀ ਉਹਨਾਂ ਦੀ। ਇਹ ਤਾਂ ਹੁਣ ਗੱਲ ਜਿਹੜੀ ਆ ਸਾਬਤ ਹੋ ਗਈ ਹੈ ਨਾ, ਉੱਥੇ ਦੇ ਜਿਹੜੇ ਮੈਂਬਰ ਨੇ ਜਾਂ ਉੱਥੇ ਦੇ ਸਿੱਖਾਂ ਨੂੰ ਜਿਹੜਾ ਪੁੱਛੀਦਾ, ਕਿਉਂਕਿ ਮੈਂਬਰਾਂ ਦੀ ਚੋਣ ਹੀ ਸਰਕਾਰ ਨੇ ਕੀਤੀ ਆ। ਤੋ ਜੇ ਸਰਕਾਰ ਨੇ ਆਪਣੀ
ਛਵੀ ਠੀਕ ਕਰਨੀ ਹੈ ਤਾਂ ਉਹਨੂੰ ਤੁਰੰਤ ਉੱਥੇ ਇਲੈਕਸ਼ਨ ਕਰਾਉਣੀ ਚਾਹੀਦੀ ਆ। ਤਾਂ ਸਾਰੇ ਸਿੱਖ ਉੱਥੇ ਇਲੈਕਸ਼ਨ ਲੜਨ, ਸਾਰੇ ਸਿੱਖ ਉਹਦੇ ਵਿੱਚ ਭਾਗ ਲੈਣ, ਤਾਂ ਆਪਣੇ ਆਪ ਉਹ ਜਿਹੜੀ ਕਮੇਟੀ ਹੋਊਗੀ ਆਫਟਰ ਇਲੈਕਸ਼ਨ ਉਹਨੂੰ ਅਸੀਂ ਸਮਝਾਂਗੇ ਉਹ ਸਿੱਖਾਂ ਨੇ ਮਤਲਬ ਆਪਣੇ ਹਿਸਾਬ ਨਾਲ ਜਿਹੜੀ ਕਰ ਤਰੀਕੇ ਦੇ ਨਾਲ ਨਹੀਂ ਹਾਂ। ਪਰ ਆ ਠੀਕ ਹੈ, ਉਹਨਾਂ ਨੇ ਇੱਕ ਮਤਲਬ ਕਰ ਦਿੱਤਾ, ਪਹਿਲੀ ਵਾਰ ਬਣਾਉਣੀ ਸੀਗੀ ਆਪਾਂ ਜੇ ਇਹ ਵੀ ਗੱਲ ਮੰਨ ਲਈਏ, ਪਰ ਉਹਦੇ ਨਾਲ ਕਹਿੰਦੇ ਉਹਦੇ ਵਿੱਚ ਇਹ ਮੱਦ ਪਾ ਦਿੱਤੀ ਕਿ 18 ਮਹੀਨੇ ਬਾਅਦ ਤੁਸੀਂ ਉਹਨੂੰ ਫੇਰ ਅੱਗੇ ਐਕਸਟੈਂਡ ਕਰ ਸਕਦੇ ਹੋ। ਤਾਂ ਇਹਦਾ ਮਤਲਬ ਤਾਂ ਫਿਰ ਉੱਥੇ ਇਲੈਕਸ਼ਨ ਹੋਊਗੀ ਉਹ ਨਹੀਂ। ਤੇ ਇੱਧਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਆ, ਇੱਧਰ ਇਲੈਕਸ਼ਨ ਜਿਹੜੀ ਆ ਓਵਰ ਚੱਲ ਰਹੀ ਹੈ। ਸੋ ਅੱਜ ਅਸੀਂ ਇਹ ਵੀ ਇੱਕ ਮਤਲਬ ਜਿਹੜਾ ਸੀਗਾ ਕਿ ਸ਼੍ਰੋਮਣੀ ਕਮੇਟੀ ਖੁਦ ਵੀ ਯਤਨ ਕਰੇ, ਇਹਨਾਂ ਨੂੰ ਆਪਣਾ ਜਨਰਲ ਹਾਊਸ ਜਿਹੜਾ ਇਹ ਛੱਡਣਾ ਚਾਹੀਦਾ, ਨਵੀਂ ਸਿੱਖ ਲੀਡਰਸ਼ਿਪ ਨੂੰ ਮੌਕਾ ਮਿਲੇ। ਅਸੀਂ ਨਹੀਂ ਕਹਿੰਦੇ ABCD ਜਿਹੜਾ ਮਰਜ਼ੀ ਜਿੱਤੇ, ਨਵੇਂ ਲੋਕ ਆਉਣ। ਇਹ ਸ਼੍ਰੋਮਣੀ ਕਮੇਟੀ ਦੀ ਡਿਵੈਲਪਮੈਂਟ ਜਿਹੜੀ ਸਿੱਖ ਲੀਡਰਸ਼ਿਪ ਦੀ ਡਿਵੈਲਪਮੈਂਟ ਰੁਕੀ ਹੋਈ ਆ, ਉਹ ਇੱਥੋਂ ਪੈਦਾ ਹੋਣੀ ਆ ਜਦੋਂ ਇਹ ਇਲੈਕਸ਼ਨ ਹੋਊਗੀ। ਤਾਂ 12 ਸਾਲ ਇਹ ਇਲੈਕਸ਼ਨ ਕਿਉਂ ਨਹੀਂ ਹੋ ਰਹੀ, ਇਹ ਸਾਡਾ ਇੱਕ ਵੱਡਾ ਸਵਾਲ ਹੈ ਜਿਹੜਾ ਸਾਡੇ ਸਾਹਮਣੇ ਆ। ਦੇਖੋ, ਕੋਈ ਕਿਸੇ ਦੇ ਨਿੱਜੀ ਫੰਕਸ਼ਨ ਦੇ ਵਿੱਚ ਜਾ ਸਕਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕੋਈ ਇਤਰਾਜ਼ ਵਾਲੀ ਗੱਲ ਨਹੀਂ। ਪਰ ਉਹਦੇ ਵਿੱਚ ਜਿਹੜੀ ਗੱਲ ਵੱਡੀ ਉੱਠ ਕੇ ਆ ਰਹੀ ਹੈ ਕਿ ਉੱਥੋਂ ਮੁੱਖ ਮੰਤਰੀ ਪੰਜਾਬ, ਉਹ ਤਾਂ ਗੱਡੀ ਦੇ ਵਿੱਚ ਅੰਦਰ, ਉਹਨਾਂ ਦੀ ਗੱਡੀ ਕਪੂਰਥਲਾ ਹਾਊਸ ਦੇ ਵਿੱਚ ਅੰਦਰ ਚਲੀ ਗਈ ਸਿੱਧੀ। ਤੋ ਗਿਆਨੀ ਜੀ ਹੋਰੀ ਉੱਥੋਂ ਤੁਰ ਕੇ ਗਏ ਨੇ। ਕਿਤੇ ਨਾ ਕਿਤੇ ਮਤਲਬ ਜਿਹੜੀ ਹੈ ਉਹ ਹਰ ਇੱਕ ਸਿੱਖ ਨਹੀਂ ਮਹਿਸੂਸ ਕੀਤਾ। ਹਾਂ, ਮੈਨੂੰ ਇਹ ਲੱਗਦਾ ਸੀ ਪਹਿਲੀ ਤਾਂ ਗੱਲ ਕਿ ਰਾਘਵ ਚੱਡਾ ਸੱਦਾ ਪੱਤਰ ਦੇਣ ਆਉਂਦਾ ਇੱਥੇ ਅਕਾਲ ਤਖਤ ਸਾਹਿਬ ਤੇ, ਤੁਸੀਂ ਵੀ ਉੱਥੇ ਸਾਰੇ ਹੁੰਦੇ, ਠੀਕ ਹੈ ਨਾ ਗੱਲ, ਤੇ ਚਲੋ ਕਿਸੇ ਰੂਪ ਦੇ ਵਿੱਚ ਦੇ ਦਿੱਤਾ। ਮੈਨੂੰ ਇਹ ਲੱਗਦਾ ਸੀ ਕਿ ਉੱਥੇ ਜਾਂਦੇ ਤਾਂ ਜਦੋਂ ਕਿਸੇ ਨੇ ਸੱਦਾ ਦਿੱਤਾ, ਮੈਂ ਇਹ ਨਹੀਂ ਕਹਿੰਦਾ ਹੈਗਾ ਉਹ ਇਹਦਾ ਮਤਲਬ ਸਨਮਾਨ ਹੀ ਕਰ ਰਿਹਾ ਜੇ ਸੱਦਾ ਦੇ ਰਿਹਾ, ਪਰ ਉਹ ਜਿਹੜਾ ਜ਼ਿਆਦਾ ਇੱਕ ਕਾਰਨ ਹੈ ਜਿਹੜਾ ਉਹ ਇਹ ਗੱਲ ਮੰਨੀ ਜਾ ਰਹੀ ਹੈ, ਜਿਹੜਾ ਜ਼ਿਆਦਾ ਇਸ ਗੱਲ ਦੇ ਵਿੱਚ ਇਤਰਾਜ਼ ਹੈ। ਗੁਰਪ੍ਰੀਤ ਸਿੰਘ ਰੰਧਾਵਾ SGPC ਮੈਂਬਰ ਜਿਨ੍ਹਾਂ ਨੇ ਵੱਖੋ-ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਚੁੱਕੇ ਨੇ, ਉਹਨਾਂ ਦਾ ਕਹਿਣਾ ਹੈ ਕਿ ਸਾਰੇ ਮੁੱਦੇ ਅਸੀਂ ਅੱਜ ਅੰਤਰਿਮ ਕਮੇਟੀ ਦੀ ਬੈਠਕ ਦੇ ਵਿੱਚ ਰੱਖਾਂਗੇ। ਮਸਲਾ ਹਰਿਆਣਾ ਕਮੇਟੀ ਦਾ ਵੀ ਹੈ, ਜਿਸ ਤਰੀਕੇ ਦੇ ਨਾਲ ਉੱਥੇ ਇਲਜ਼ਾਮ ਨੇ ਕਿ ਸਿਆਸੀ ਦਖਲਅੰਦਾਜ਼ੀ ਜ਼ਿਆਦਾ ਹੈ। ਇਸ ਤੋਂ ਇਲਾਵਾ ਜਥੇਦਾਰ ਸਾਹਿਬ ਜੇਕਰ ਰਾਘਵ ਚੱਡਾ ਉਹਨਾਂ ਦੀ ਮੰਗਣੀ ਦੇ ਵਿੱਚ ਗਏ ਨੇ ਤਾਂ ਫਿਰ ਉਸ ਨੂੰ ਲੈ ਕੇ ਇਹ ਇਤਰਾਜ਼ ਹੈ ਕਿ ਉਹ ਤੁਰ ਕੇ ਗਏ ਨੇ। ਜਦੋਂ ਉਹ ਗੱਡੀ 'ਚ ਉਤਰਦੇ ਨੇ, ਉਹ ਤਸਵੀਰਾਂ ਵੀ ਅਸੀਂ ਵੇਖੀਆਂ ਕਿ ਉਹ ਤੁਰ ਕੇ ਗਏ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨਸ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕਿਆ ਕਿ ਚੋਣ ਕਿਉਂ ਨਹੀਂ ਹੋ ਰਹੀ, ਚੋਣਾਂ ਕਿਉਂ ਨਹੀਂ ਹੋ ਰਹੀਆਂ, 12 ਸਾਲ ਹੋ ਚੁੱਕੇ ਨੇ। ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਮੌਜੂਦ ਨੇ ਅੰਮ੍ਰਿਤਸਰ ਤੋਂ। ਰਾਜੀਵ, ਕਦੋਂ ਤੱਕ ਬੈਠਕ ਸ਼ੁਰੂ ਹੋਏਗੀ? ਕੀ ਕੁਝ ਅਹਿਮ ਮੁੱਦੇ ਰਹਿਣ ਵਾਲੇ ਨੇ? ਗੱਲਬਾਤ ਵੀ ਅਸੀਂ ਸੁਣੀ ਹੈ ਵੱਖੋ-ਵੱਖ ਮੈਂਬਰਾਂ ਦੀ। ਜੀ ਬਿਲਕੁਲ ਗੁਰਜੋਤ, ਜਿਹੜੀ ਅੰਤਰਿਮ ਕਮੇਟੀ ਦੀ ਮੀਟਿੰਗ ਹੈ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਔਰ ਕੁਝ ਦੇਰ ਬਾਅਦ ਮੀਟਿੰਗ ਸ਼ੁਰੂ ਹੋਣੀ ਹੈ, ਕਿਉਂਕਿ SGPC ਦੇ ਪ੍ਰਧਾਨ ਵੀ ਪਹੁੰਚ ਚੁੱਕੇ ਨੇ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਔਰ तमाम ਜਿਹੜੇ ਮੈਂਬਰ ਨੇ। ਉਹਨਾਂ ਤੋਂ ਇਲਾਵਾ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਜਿਨ੍ਹਾਂ ਦੇ ਨਾਲ ਅਸੀਂ ਕੁਝ ਦੇਰ ਪਹਿਲਾਂ ਗੱਲਬਾਤ ਵੀ ਕੀਤੀ, ਗੁਰਪ੍ਰੀਤ ਸਿੰਘ ਰੰਧਾਵਾ, ਤਾਂ ਹਰ ਕੋਈ ਆਪਣੇ ਆਪਣੇ, ਹਾਲਾਂਕਿ ਮੀਟਿੰਗ ਤੋਂ ਪਹਿਲਾਂ ਜਿਹੜਾ ਏਜੰਡਾ, ਇੱਕ ਸਪਲੀਮੈਂਟਰੀ ਏਜੰਡਾ ਭੇਜਿਆ ਜਾਂਦਾ ਸਾਰੇ ਮੈਂਬਰਾਂ ਨੂੰ, ਤਾਂ ਉਸ ਮੁਤਾਬਕ ਉਹਨਾਂ ਦਾ ਕਹਿਣਾ ਕਿ ਜਿਹੜੇ ਜ਼ਿਆਦਾਤਰ ਜਿਹੜੇ ਏਜੰਡੇ ਨੇ ਉਹ ਰੂਟੀਨ ਦੇ ਮੈਟਰ ਨੇ, ਪਰ ਨਾਲ ਦੀ ਨਾਲ ਕਿਉਂਕਿ तमाम ਜਿਹੜੇ ਪੰਥ ਦੇ ਨਾਲ ਜੁੜੇ ਮੁੱਦੇ ਨੇ ਉਹਨਾਂ ਨੂੰ ਉੱਥੇ ਵਿਚਾਰਿਆ ਜਾਂਦਾ। ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਉਸ ਨੂੰ ਲੈ ਕੇ ਵੱਖ-ਵੱਖ, ਚਾਹੇ ਉਹ SGPC ਪ੍ਰਧਾਨ ਦੀ ਗੱਲ ਕਰੀਏ, ਮੈਂਬਰਾਂ ਦੀ ਗੱਲ ਕਰੀਏ, ਤਾਂ ਉਹਨਾਂ ਵੱਲੋਂ ਤਿੱਖੇ ਜਿਹੜੇ ਬਿਆਨ ਨੇ ਹੁਣ ਤੱਕ ਜਾਰੀ ਕੀਤੇ ਜਾਂਦੇ ਰਹੇ ਨੇ ਕਿ ਨਿਖੇਧੀ ਵੀ ਕੀਤੀ ਗਈ ਔਰ ਸਿੱਧੇ ਤੌਰ ਤੇ ਸਰਕਾਰਾਂ ਦੇ ਉੱਤੇ ਸਵਾਲ ਖੜੇ ਕੀਤੇ ਗਏ। ਤਾਂ ਇਸ ਵੇਲੇ ਗੁਰਚਰਨ ਗਰੇਵਾਲ ਜੋ ਕਿ ਬੈਠਕ ਦੇ ਵਿੱਚ ਜਾ ਰਹੇ ਨੇ, ਉਹਨਾਂ ਤੋਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਕੁਝ ਦੇਰ ਪਹਿਲਾਂ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਸੁਣਾਈ, ਤਾਂ ਇਸ ਵੇਲੇ SGPC ਪ੍ਰਧਾਨ ਵੀ ਪਹੁੰਚ ਚੁੱਕੇ ਨੇ। ਤਾਂ ਉਹਨਾਂ ਦਾ ਕਹਿਣਾ ਕਿ ਇਸ ਵੇਲੇ ਮੀਟਿੰਗ ਦੇ ਉਹ ਅੰਦਰ ਜਾਣਗੇ, ਉਸ ਤੋਂ ਬਾਅਦ ਗੱਲਬਾਤ ਹੋਏਗੀ। ਤਾਂ ਹਰਜਿੰਦਰ ਸਿੰਘ ਧਾਮੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨੇ, ਨਤਮਸਤਕ ਹੋਣ ਤੋਂ ਬਾਅਦ ਉਹ ਵਾਪਸ SGPC ਦਫ਼ਤਰ ਦੇ ਵਿੱਚ ਪਹੁੰਚੇ ਨੇ। ਤਾਂ ਹੁਣ ਸਿੱਧਾ ਜਿੱਥੇ ਇਹ ਮੀਟਿੰਗ ਹੋਣੀ ਹੈ ਉੱਥੇ ਪਹੁੰਚਣਗੇ ਸਾਰੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ। ਤਾਂ ਇਸ ਵੇਲੇ ਤੁਸੀਂ ਦੇਖੋ ਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਹੁਣ ਸਿੱਧਾ ਜਿਹੜੀ ਮੀਟਿੰਗ ਇੱਥੇ ਹੋਣੀ ਹੈ ਅੰਤਰਿਮ ਕਮੇਟੀ ਦੀ, ਉਸ ਦੇ ਵਿੱਚ ਸ਼ਾਮਲ ਹੋਣਗੇ। ਤਾਂ ਉਹਨਾਂ ਦੇ ਨਾਲ ਵੀ ਕੁਝ ਦੇਰ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ, ਤਾਂ ਉਹਨਾਂ ਨੇ ਵੀ ਜਿਹੜੀਆਂ ਬੇਅਦਬੀਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਔਰ ਨਾਲ ਦੀ ਨਾਲ ਇਹ ਵੀ ਜ਼ਿਕਰ ਜ਼ਰੂਰ ਹਰ ਕਿਸੇ ਵੱਲੋਂ ਕੀਤਾ ਜਾ ਰਿਹਾ ਕਿ ਅੱਜ ਦੀ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਇਸ ਤਰੀਕੇ ਦੀ ਕੋਈ ਵੀ ਚਰਚਾ ਨਹੀਂ ਹੋਏਗੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਉਣ ਦੀ ਕੋਈ ਗੱਲ ਹੈ ਜਾਂ ਉਹਨਾਂ ਦੀ ਥਾਂ ਕਿਸੇ ਹੋਰ ਨੂੰ ਜਥੇਦਾਰ ਲਗਾਉਣ ਦੀ। ਤਾਂ ਇਹ ਉਹਨਾਂ ਦਾ ਕਹਿਣਾ ਕਿ ਬੇਲੋੜਾ ਵਿਵਾਦ ਜਿਹੜਾ ਉਹ ਪਿਛਲੇ ਕੁਝ
ਕੁਝ ਦਿਨਾਂ ਤੋਂ ਕੁਝ ਲੋਕਾਂ ਵੱਲੋਂ ਖੜਾ ਕੀਤਾ ਜਾ ਰਿਹਾ, ਜਦਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਤਾਂ ਗੁਰਚਰਨ ਗਰੇਵਾਲ ਸਾਡੇ ਨਾਲ ਨੇ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ 2 ਮਿੰਟ ਲੈਣੇ ਚਾਹੁੰਦਾ, ਕਿਉਂਕਿ ਇਸ ਵੇਲੇ ਲਾਈਵ ਸਾਰੇ ਸੁਣ ਰਹੇ ਨੇ। ਤਾਂ ਇੱਕ ਜਿਹੜੀ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੇਲੋੜਾ ਵਿਵਾਦ ਜਿਹੜਾ ਉਹ ਖੜਾ ਕੀਤਾ ਜਾ ਰਿਹਾ ਹੈ ਕਿ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਕੋਈ ਐਸੀ ਫੈਸਲਾ ਲਿਆ ਜਾ ਸਕਦਾ, ਤਾਂ ਇਹ ਬੇਲੋੜੇ ਵਿਵਾਦ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ, ਕਿਹੜੇ ਲੋਕ ਹੋ ਸਕਦੇ ਨੇ ਜਿਹੜੇ ਇਸ ਵਿਵਾਦ ਨੂੰ ਜਨਮ ਜਿਨ੍ਹਾਂ ਵੱਲੋਂ ਦਿੱਤਾ ਗਿਆ? ਦੇਖੋ ਜੀ, ਵਿਵਾਦ ਤਾਂ ਚੱਲਦੇ ਹੀ ਰਹਿੰਦੇ ਆ, ਸੋ ਕੋਈ ਵੀ ਵਿਚਾਰ ਚਰਚਾ ਜਿਹੜੀ ਆ ਉਹਦੇ ਗਲਤ ਬਿਆਨਬਾਜ਼ੀ ਕਰ ਲਈ ਜਾਂਦੀ ਆ, ਬਹੁਤ ਕੁਝ ਹੁੰਦਾ। ਪਰ ਇਹੋ ਜੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬੜੇ ਸਤਿਕਾਰਯੋਗ ਨੇ, ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਇਹ ਐਵੇਂ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਇਸ ਗੱਲ ਤੇ ਕਿਸੇ ਤਰ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ। ਕੁਝ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਉਹ ਕਿਉਂ ਉੱਥੇ ਗਏ। ਨਿੱਜੀ ਵਿਚਾਰ ਆ ਉਹਨਾਂ ਦੇ, ਉਹ ਵੀ ਆਪਣੇ ਥਾਂ ਕਿਸੇ ਦਾ ਸਹੀ ਹੋ ਸਕਦੇ ਆ, ਪਰ ਇਸ ਲੈਵਲ ਤੇ ਜਥੇਦਾਰ ਸਾਹਿਬ ਨੂੰ ਮੈਨੂੰ ਲੱਗਦਾ ਵੀ ਮੀਡੀਆ ਤੇ ਲਿਜਾ ਕੇ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਪਰ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹ ਦੁੱਖ ਦੀ ਰਾਗ ਆ। ਕੁੱਲ ਮਿਲਾ ਕੇ ਕਹੀਏ ਕਿ ਅੱਜ ਦੀ ਮੀਟਿੰਗ ਦੇ ਵਿੱਚ ਐਸਾ ਕੋਈ ਏਜੰਡਾ ਨਹੀਂ, ਇਹ ਰੂਟੀਨ ਦੀ ਮੀਟਿੰਗ ਆ ਜਿਹੜੀ ਹਰ ਮਹੀਨੇ ਸਾਡੀ ਹੁੰਦੀ ਹੈ। ਤਾਂ ਇਹਨੇ ਗੁਰਚਰਨ ਗਰੇਵਾਲ ਜਿਨ੍ਹਾਂ ਨੇ ਇਹ ਸਪਸ਼ਟ ਕੀਤਾ, ਕਿਉਂਕਿ ਅਸੀਂ ਵੀ ਜਦੋਂ ਤੋਂ ਇਸ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਿਛਲੇ 2 ਦਿਨਾਂ ਤੋਂ, ਤਾਂ ਉਦੋਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਚਰਚਾ, ਹਾਲਾਂਕਿ ਉਹਨਾਂ ਦਾ ਉਸ ਸਮਾਗਮ ਦੇ ਵਿੱਚ ਜਾਣ ਨੂੰ ਲੈ ਕੇ ਜ਼ਰੂਰ ਹਰ ਕੋਈ ਆਪਣੀ ਰਾਏ ਰੱਖ ਸਕਦਾ, ਕਿਉਂਕਿ ਹਰ ਇੱਕ ਦੇ ਨਿੱਜੀ ਵਿਚਾਰ ਨੇ। ਕਿਉਂਕਿ ਗੁਰਚਰਨ ਗਰੇਵਾਲ ਹੋਰਾਂ ਨੇ ਵੀ ਇਹੀ ਗੱਲ ਕਹੀ ਕਿ ਚਾਹੇ ਉਹ ਅਕਾਲੀ ਦਲ ਦੇ ਆਗੂ ਹੋਣ, ਸਿੱਧੇ ਤੌਰ ਤੇ ਵਿਰਸਾ ਸਿੰਘ ਵਲਟੋਆ, ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਬਿਆਨਾਂ ਦੇ ਜ਼ਰੀਏ ਗੱਲ ਕਹੀ ਕਿ ਉੱਥੇ ਨਹੀਂ ਸੀ ਉਹਨਾਂ ਨੂੰ ਜਾਣਾ ਚਾਹੀਦਾ। ਤਾਂ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਉਸ ਚੀਜ਼ ਦਾ ਇਤਰਾਜ਼ ਜ਼ਾਹਿਰ ਕਰਦਾ ਨਜ਼ਰ ਆ ਰਿਹਾ ਹੈ। ਜਿਹੜੇ ਹਰਿਆਣਾ ਦੇ ਨਾਲ ਸੰਬੰਧਿਤ ਵਿਰੋਧੀ ਧਿਰ ਦੇ ਜਿਹੜੇ ਮੈਂਬਰ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਉੱਥੇ ਜਾਣ ਦੇ ਵਿੱਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਕੋਈ ਵੀ ਕਿਸੇ ਦੇ ਨਿੱਜੀ ਸਮਾਗਮ ਦੇ ਵਿੱਚ ਜਾ ਸਕਦਾ। ਪਰ ਉਹਨਾਂ ਨੇ ਜਿਹੜਾ ਇਤਰਾਜ਼ ਜ਼ਾਹਿਰ ਕੀਤਾ ਕਿ ਜੇਕਰ ਮੁੱਖ ਮੰਤਰੀ ਦੀ ਗੱਡੀ ਕਪੂਰਥਲਾ ਹਾਊਸ ਦੇ ਅੰਦਰ ਜਾ ਸਕਦੀ ਸੀ ਤਾਂ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪੈਦਲ ਕਿਉਂ ਜਾਣਾ ਪਿਆ। ਉਹਨਾਂ ਨੇ ਕਿਤੇ ਨਾ ਕਿਤੇ ਇਹ ਗੱਲ ਕਹੀ ਕਿ ਜਿਹੜਾ ਬਣਦਾ ਸਨਮਾਨ ਹੈ ਉਹ ਉਹਨਾਂ ਨੂੰ ਨਹੀਂ ਦਿੱਤਾ ਗਿਆ। ਤਾਂ ਇਸ ਤਰੀਕੇ ਦੇ ਨਾਲ ਹਰ ਕੋਈ ਆਪਣੀ ਰਾਏ ਰੱਖ ਰਿਹਾ, ਆਪਣੇ ਜਿਹੜਾ ਇਸ ਚੀਜ਼ ਨੂੰ ਲੈ ਕੇ ਜੋ ਵੀ ਉਹਨਾਂ ਦਾ ਨਜ਼ਰੀਆ ਉਹਦਾ ਉਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ। ਪਰ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਨਿਊਜ਼ 18 ਵੱਲੋਂ ਪਹਿਲਾਂ ਤੋਂ ਹੀ ਇਹ ਦਰਸ਼ਕਾਂ ਨੂੰ ਦੱਸਿਆ ਗਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਐਸੀ ਹਾਲੇ ਗੱਲ ਨਹੀਂ ਹੈ ਕਿ ਉਹਨਾਂ ਨੂੰ ਹਟਾਇਆ ਜਾਣਾ ਹੈ ਜਾਂ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਉਹ ਜਿਹੜੀ ਸੇਵਾ ਉਹ ਦਿੱਤੀ ਜਾਣੀ। ਤਾਂ ਇਹ ਬੇਲੋੜਾ ਵਿਵਾਦ ਕੁਝ ਲੋਕਾਂ ਵੱਲੋਂ ਖੜਾ ਕੀਤਾ ਗਿਆ ਸੀ। ਗੁਰਚਰਨ ਗਰੇਵਾਲ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਐਸੀ ਕੋਈ ਗੱਲ ਨਹੀਂ ਹੈ, ਪਰ ਜਾਣਬੁੱਝ ਕੇ ਉਹਨਾਂ ਦਾ ਕਹਿਣਾ ਕਿ ਵਿਵਾਦ ਅਕਸਰ ਜਿਹੜੇ ਆ ਉਹ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਇਹਦੇ ਨਾਲ ਪੰਥ ਨੂੰ ਜਾਂ ਪੰਥ ਦੀ ਜਿਹੜੀ ਜੀ ਠੀਕ ਹੈ ਰਾਜੀਵ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਇਹ ਅੱਜ ਮੀਟਿੰਗ ਦੇ ਵਿੱਚ ਜਥੇਦਾਰ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਫੈਸਲਾ ਨਹੀਂ ਹੋਏਗਾ। ਤਾਂ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਦਿਖਾਈਆਂ ਨੇ ਇਸ ਵੇਲੇ ਦਫ਼ਤਰ ਦੀਆਂ, ਜਿੱਥੇ ਕਿ ਮੀਟਿੰਗ ਜਿਹੜੀ ਹੈ ਉਹ ਲਗਭਗ ਕਹਿ ਸਕਦੇ ਕਿ ਸ਼ੁਰੂ ਹੋ ਗਈ ਹੈ, ਕਿਉਂਕਿ ਹਰਜਿੰਦਰ ਧਾਮੀ ਪ੍ਰਧਾਨ ਜਿਹੜੇ ਨੇ ਉਹ ਜਾ ਚੁੱਕੇ ਨੇ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਹੋਰ ਵੱਖੋ-ਵੱਖ ਪੰਥਕ ਮੁੱਦਿਆਂ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹ ਹੋਏਗੀ। ਤਾਂ ਹੋਰ ਖਬਰਾਂ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਲੌਗਇਨ ਕਰੋ www.punjab.news18.com ਤੇ। ਸੋ ਜਥੇਦਾਰ ਸਾਰਿਆਂ ਦੇ ਲਈ ਸਤਿਕਾਰਯੋਗ ਨੇ, ਤਾਂ ਅਜਿਹਾ ਕੋਈ ਫੈਸਲਾ ਅੱਜ ਐਸਜੀਪੀਸੀ ਦੀ ਅਹਿਮ ਬੈਠਕ ਦੇ ਵਿੱਚ ਨਹੀਂ ਹੋਣ ਵਾਲਾ, ਇਹ ਕਿਹਾ ਗਿਆ ਹੈ ਪ੍ਰਧਾਨ ਸਾਹਿਬ ਦੇ ਵੱਲੋਂ।